ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣ ਸਮਾਧ ਵਿਸ਼ੇ 'ਤੇ ਵਿਚਾਰ ਚੱਲ ਰਹੀ ਹੈ ਜੀ। ਭਗਤ ਕਬੀਰ ਸਾਹਿਬ ਬਹੁਤ ਸੋਹਣਾ ਇੱਕ ਸ਼ਬਦ ਰਾਹੀਂ ਸਮਝਾਉਂਦੇ ਹਨ। ਕਹਿੰਦੇ ਨੇ ਜਿਵੇਂ ਸਮੁੰਦਰ ਤੋਂ ਉੱਠਦੀਆਂ ਲਹਿਰਾਂ ਆਖਰ ਉਸ ਸਾਗਰ ਦਾ ਹਿੱਸਾ ਹੁੰਦੀਆਂ ਨੇ, ਮੁੜ ਸਾਗਰ 'ਚ ਮਿਲ ਕੇ ਉਹ ਉਹਨਾਂ ਦੀ ਕੋਈ ਵੱਖਰੀ ਹੋਂਦ ਨਹੀਂ ਰਹਿੰਦੀ। ਉਦਕ ਸਮੁੰਦਰ ਸਰਲ ਕੀ ਸਾਖਿਆ ਨਦੀ ਤਰੰਗ ਸੁਮਾਵੇਂਗੇ। ਜਿਵੇਂ ਨਦੀਆਂ ਦੀਆਂ ਤਰੰਗਾਂ, ਸਮੁੰਦਰੀ ਤਰੰਗਾਂ ਮੁੜ ਦੇ ਵਿੱਚ ਸਮਾ ਕੇ ਸਾਗਰ ਹੀ ਬਣ ਜਾਂਦੀਆਂ ਨੇ। ਸੁਣਨੇ ਸੁਣ ਮਿਲਿਆ ਸਮਦਰਸੀ ਪਵਨ ਰੂਪ ਹੋ ਜਾਵੇਂਗੇ। ਇਵੇਂ ਉਹ ਪਵਨ ਰੂਪ ਪਰਮਾਤਮਾ, ਜਿਵੇਂ ਪਵਨ ਦਿਸਦੇ ਨਹੀਂ, ਪਰਮਾਤਮਾ ਦਾ ਨਿਰੰਕਾਰ ਰੂਪ ਦਿਸਦਾ ਨਹੀਂ, ਅਤੇ ਉਹ ਸੁਣ ਅਵਸਥਾ ਵਿੱਚ ਜਿਹਦੇ ਵਿੱਚ ਕੋਈ ਮਾਇਆ ਦੇ ਫੁਰਨ ਨਹੀਂ, ਕੋਈ ਆਕਾਰ ਨਹੀਂ। ਇਸ ਤਰ੍ਹਾਂ ਅਸੀਂ ਵੀ ਆਪਣਾ ਆਪ ਪਵਨ ਰੂਪ ਸਮਝ ਕੇ, ਭਾਵ ਆਪਣਾ ਜੋਤੀ ਰੂਪ ਸਮਝ ਕੇ ਸੁਣਨੇ ਸੁਣ ਮਿਲਿਆ ਸਮਦਰਸੀ, ਉਹ ਪਰਮਾਤਮਾ ਜਿਹੜਾ ਆਪਣਾ ਨਿੱਜ ਰੂਪ ਹੀ ਸੁਣ ਅਵਸਥਾ ਵਿੱਚ ਹੈ, ਜਿਹਦੇ ਕੋਈ ਆਕਾਰ ਨਹੀਂ, ਸਾਕਾਰ ਨਹੀਂ, ਕੋਈ ਫੁਰਨ ਨਹੀਂ, ਖਿਆਲ ਨਹੀਂ, ਵਿਚਾਰ ਨਹੀਂ, ਆਸਾ ਨਹੀਂ, ਮਨਸਾ ਨਹੀਂ। ਉਸੇ ਸੁਣ ਅਵਸਥਾ ਵਿੱਚ ਅਸੀਂ ਵੀ ਸਮਾਵਾਂਗੇ ਪਵਨ ਰੂਪ ਹੋ ਕੇ। ਸੁਣਨੇ ਸੁਣ ਮਿਲਿਆ ਸਮਦਰਸੀ ਪਵਨ ਰੂਪ ਹੋ ਜਾਵੇਂਗੇ, ਪਵਨ ਰੂਪ ਹੋ ਕੇ ਉਹਦੇ ਵਿੱਚ ਸਮਾ ਜਾਵਾਂਗੇ। ਬੋਰ ਹਮ ਕਾਹੇ ਆਵੇਂਗੇ, ਫਿਰ ਕਾਹਦੇ ਲਈ ਮੁੜ ਮੁੜ ਕੇ ਜਨਮਣ ਦੇ ਗੇੜ ਵਿੱਚ ਆਵਾਂਗੇ। ਆਮਣ ਜਾਣ ਹੁਕਮ ਤਿਸੈ ਕਾ ਹੁਕਮੇ ਬੁਝ ਸਮਾਵੇਂਗੇ। ਜਦੋਂ ਉਸ ਹੁਕਮ ਨੂੰ ਸਮਝ ਜਾਵਾਂਗੇ, ਹੁਕਮ ਬੁਝ ਕੇ, ਹੁਕਮ ਸਮਝ ਕੇ ਹੁਕਮੇ ਬੁਝ ਸਮਾਵੇਂਗੇ, ਪ੍ਰਭੂ ਦੀ ਜੋਤ ਵਿੱਚ ਸਮਾ ਜਾਵਾਂਗੇ। ਜਿਵੇਂ ਨਦੀਆਂ ਤੈਵਾ ਪਵੇਂ ਸਮੁੰਦ ਨਾ ਜਾਣੀਏ। ਜਬ ਚੁਕੈ ਪੰਜ ਧਾਤ ਕੀ ਰਚਨਾ, ਜਦੋਂ ਇਹ ਪੰਜ ਧਾਤ ਦੀ ਰਚਨਾ ਜਿਹੜੀ ਸ੍ਰਿਸ਼ਟੀ ਹੈ, ਇਹ ਮਨ 'ਚੋਂ ਇਸਦਾ ਪ੍ਰਭਾਵ ਚੁੱਕ ਜਾਏਗਾ, ਉੱਠ ਜਾਏਗਾ। ਐਸੇ ਭਰਮ ਚੁਕਾਵੇਂਗੇ। ਇਹ ਜਿਹੜਾ ਭਰਮ ਕਿ ਮੈਂ ਇਹ ਸਰੀਰ ਰੂਪ ਹਾਂ, ਇਹ ਸੰਸਾਰ ਮੇਰਾ ਹੈ, ਇਹ ਸੰਸਾਰ ਵੀ ਸਾਰੇ ਸੁੱਖ ਹਨ, ਇਹ ਭਰਮ ਜਦੋਂ ਨਿਕਲ ਜਾਣਗੇ, ਦਰਸ਼ਨ ਛੋੜ ਪੇ ਸਮਦਰਸੀ ਏਕੋ ਨਾਮ ਤੇ ਆਵੇਂਗੇ। ਇਹ ਸੰਸਾਰੀ ਦਰਸ਼ਨ ਦਾ ਤਿਆਗ ਕਰਕੇ ਉਸ ਸੱਚੇ ਨਿਰੰਕਾਰ ਦਾ ਦਰਸ਼ਨ ਜਦੋਂ ਮਹਿਸੂਸ ਕਰਾਂਗੇ, ਸਮਦਰਸੀ ਉਸ ਹਰ ਪਾਸੇ ਸਾਡੀ ਇੱਕ ਨਜ਼ਰ ਹੋਵੇਗੀ, ਇੱਕ ਸਮਾਨ ਹੋ ਜਾਏਗੀ, ਏਕੋ ਨਾਮ ਤੇ ਆਵੇਂਗੇ। ਫਿਰ ਇੱਕ ਪਰਮਾਤਮਾ ਦਾ ਨਿਰੰਕਾਰ ਨਾਮ ਹੀ ਬੰਦਾ ਤੇ ਹੁੰਦਾ ਹੈ। ਫਿਰ ਕਿਸੇ ਦਿਸਤੀ ਚੀਜ਼ ਦੀ ਪੂਜਾ ਪ੍ਰਤਿਸ਼ਠਾ ਵੀ ਨਹੀਂ ਕਰਦਾ, ਕਿਉਂਕਿ ਦ੍ਰਿਸ਼ਟਮਾਨ ਦੀ ਪੂਜਾ ਦ੍ਰਿਸ਼ਟਮਾਨ ਵਰਗਾ ਹੀ ਬਣਾ ਸਕਦੀ ਹੈ, ਨਿਰੰਕਾਰ ਦੀ ਪੂਜਾ ਨਿਰੰਕਾਰ ਬਣਾ ਸਕਦੀ ਹੈ। ਜਿਤ ਹਮ ਲਾਏ ਤਿੱਥੀ ਲਾਗੇ ਐਸੇ ਕਰਮ ਕਮਾਵੇਂਗੇ। ਪਰਮਾਤਮਾ ਨੇ ਸਾਨੂੰ ਜਿੱਧਰ ਲਗਾ ਕੇ ਰੱਖਿਆ, ਅਸੀਂ ਵੈਸੇ ਹੀ ਕਰਮ ਕਮਾਉਂਦੇ ਹਾਂ। ਹਰ ਜੀ ਕਿਰਪਾ ਕਰੇ ਜੋ ਆਪਣੀ ਤੋਂ ਗੁਰੂ ਕੇ ਸ਼ਬਦ ਸਮਾਵੇਂਗੇ। ਜੇ ਪ੍ਰਭੂ ਦੀ ਕਿਰਪਾ ਹੋ ਜਾਵੇ ਤੇ ਗੁਰੂ ਦੀ ਸ਼ਬਦ ਦੇ ਰਾਹੀਂ, ਇੱਕ ਦੀ ਸ਼ਬਦ ਹੋ ਗਿਆ ਗੁਰਬਾਣੀ ਰੂਪੀ ਸ਼ਬਦ, ਇੱਕ ਗੁਰੂ ਸਾਹਿਬ ਨੇ ਉਸ ਪਰਮਾਤਮਾ ਦੀ ਉਸ ਅੰਸ਼ ਰੂਪੀ ਆਤਮਾ ਜੋ ਸਾਰਿਆਂ ਸਰੀਰਾਂ ਵਿੱਚ, ਸਾਰੇ ਜੀਵ ਜੰਤਾਂ ਵਿੱਚ ਰੁਮਕ ਰਹੀ ਹੈ, ਉਸ ਨੂੰ ਵੀ ਗੁਰਬਾਣੀ ਵਿੱਚ ਕਈ ਜਗ੍ਹਾ 'ਤੇ ਸ਼ਬਦ ਹੀ ਕਿਹਾ ਗਿਆ ਹੈ। ਤੋ ਇਸ ਸ਼ਬਦ ਦੇ ਰਾਹੀਂ ਉਸ ਸਰਵ ਵਿਆਪਕ ਸ਼ਬਦ ਦੇ ਵਿੱਚ ਸਮਾਵੇਂਗੇ। ਗੁਰ ਕੈ ਸ਼ਬਦ ਸਮਾਵੇਂ, ਗੁਰੂ ਦੇ ਸ਼ਬਦ ਨਹੀਂ ਉਹਦੇ ਵੀ ਸਮਾ ਜਾਵਾਂਗੇ। ਜੀਵਤ ਮਰੋ ਮਰੋ ਪੁਨ ਜੀਵੋ, ਪੁਨ ਰੂਪ ਜਨਮ ਨਾ ਹੋਏ। ਜੇ ਜਿਉਂਦੇ ਜੀ ਇਸ ਆਕਾਰ ਰੂਪ ਤੋਂ, ਸਰੀਰ ਰੂਪ ਤੋਂ, ਦੇਹ ਅਧਿਆਸ ਤੋਂ ਬੰਦਾ ਇਸ ਪਾਸੋਂ ਆਪਣੇ ਆਪ ਨੂੰ ਮਾਰ ਲਵੇ, ਕੇਵਲ ਆਪਣੇ ਆਪ ਨੂੰ ਆਤਮਾ ਸਮਝਣ ਲੱਗ ਪਵੇ, ਜੀਵਤ ਮਰੋ, ਫਿਰ ਇਹ ਭਾਵ ਜੀਵਨਾ ਜਿਉਂਦੇ ਹੀ ਮਰਨ ਵਾਲੀ ਗੱਲ ਹੈ। ਮਰੋ ਪੁਨ ਜੀਵੋ, ਪਰ ਇਸ ਤਰ੍ਹਾਂ ਮਰ ਕੇ ਫਿਰ ਆਤਮਿਕ ਜੀਵਨ ਮੁੜ ਬੰਦਾ ਜਿਉਂਦਾ ਹੈ, ਆਤਮਿਕ ਜੀਵਨ ਜਿਉਂਦਾ ਹੈ। ਪੁਨ ਰੂਪ ਜਨਮ ਨਾ ਹੋਈ, ਫਿਰ ਮੁੜ ਕੇ ਜਨਮ ਮਰਨ ਦਾ ਗੇੜ ਨਹੀਂ ਹੁੰਦਾ, ਕਿਉਂਕਿ ਜੋਤੀ ਜੋਤ ਰਲ ਜਾਂਦੀ ਹੈ। ਕਹੋ ਕਬੀਰ ਜੋ ਨਾਮ ਸੁਮਾਣੀ ਸੁਣ ਰਿਹਾ ਲਿਵ ਸੋਏ। ਇਸ ਤਰ੍ਹਾਂ ਜਿਹੜੇ ਉਸ ਪਰਮਾਤਮਾ ਦੇ ਨਾਮ ਭਾਵ ਉਸ ਦੀ ਹੋਂਦ ਹਸਤੀ ਵਿੱਚ ਸਮਾ ਜਾਂਦੇ ਹਨ, ਉਹ ਸੁਣ ਵਿੱਚ ਸਮਾ ਕੇ ਸੁਣ ਵਿੱਚ ਉਹਨਾਂ ਦੀ ਲਿਵ ਲੱਗ ਜਾਂਦੀ ਹੈ, ਭਾਵ ਸੁਣ ਰੂਪ ਹੋ ਜਾਂਦੇ ਹਨ। ਓਤ ਪੋਤ ਜਨ ਹਰ ਰਸ ਰਾਤੇ, ਸੁਣ ਸੁਮਾਦ ਨਾਮ ਰਸ ਮਾਤੇ। ਜਿਹੜੇ ਓਤ ਪੋਤ, ਜਿਸ ਤਰ੍ਹਾਂ ਮਤਲਬ ਹੈ ਕਿ ਹੁਣ ਕੋਈ ਪੁਰਾਣੇ ਜ਼ਮਾਨੇ ਵਿੱਚ ਬਾਣ ਦੇ ਮੰਜੇ ਬੁਣੇ ਹੁੰਦੇ ਸਨ, ਸੱਜਿਓਂ ਖੱਬੇ ਖੱਬਿਓਂ ਸੱਜੇ, ਇਸ ਤਰ੍ਹਾਂ ਜਾਨੀ ਓਤ ਪੋਤ ਉਸ ਪਰਮਾਤਮਾ ਵਿੱਚ ਸਮਾ ਜਾਂਦੇ ਨੇ, ਉਹਦੇ ਰੰਗ ਵਿੱਚ ਰੰਗੇ ਜਾਂਦੇ ਨੇ। ਸੁਣ ਸੁਮਾਦ ਨਾਮ ਰਸ ਮਾਤੇ, ਉਹ ਉਸ ਸੁਣ ਅਵਸਥਾ ਦੇ ਵਿੱਚ ਉਸ ਨਾਮ ਦੇ ਰਸ ਵਿੱਚ ਮਸਤ ਹੁੰਦੇ ਨੇ, ਉਹਦੇ ਵਿੱਚ ਆਪਣੀ ਸੁਰਤੀ ਜੋੜ ਕੇ। ਜਬ ਧਾਰੀ ਆਪਨ ਸੁਣ ਸਮਾਦ, ਜਦੋਂ ਆਪਣੀ ਸੁਣ ਸਮਾਦ ਧਾਰਨ ਕਰੇ, ਤਬ ਵੈਰ ਵਿਰੋਧ ਕੀ ਸੰਗ ਕਮਾਤ। ਫਿਰ ਕਿਸੇ ਨਾਲ ਵੈਰ ਵਿਰੋਧ ਕਿਤੇ, ਕੋਈ ਵੱਖਰੀ ਹਸਤੀ ਦਿਸਦੀ ਨਹੀਂ। ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਜਦੋਂ ਇਹ ਆਪਣਾ ਵੀ ਕੋਈ ਰੰਗ ਰੂਪ ਵਾਲਾ ਸਰੀਰ ਵਜੂਦ ਆਪਣਾ ਇਸ ਨੂੰ ਮਾਰ ਮੁਕਾਉਂਦਾ ਹੈ, ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਇਸ ਨੂੰ ਕੋਈ ਆਪਣਾ ਵਰਨ ਚਿਹਨ ਨਹੀਂ ਦਿਸਦਾ ਕਿ ਮੈਂ ਵੀ ਵਰਨ ਚਿਹਨ ਰਹਿਤ ਹਾਂ, ਜਿਵੇਂ ਪਰਮਾਤਮਾ ਵਰਨ ਚਿਹਨ ਰੂਪ ਰੰਗ ਤੇ ਰਹਿਤ ਹੈ। ਤਬ ਹਰਗ ਸੋ ਕਹੋ ਕਿਸੇ ਵਿਆਪਤ, ਫਿਰ ਕਾਹਦੀ ਖੁਸ਼ੀ ਦੇ ਕਾਹਦਾ ਸੋਗ, ਇਹ ਕਿਸੇ ਨਾਲ ਵਿਆਪਤ ਹੋਣਗੇ, ਕਿਉਂਕਿ ਉਸ ਨਿਰੰਕਾਰ ਰੂਪ ਨੂੰ ਕੋਈ ਹਰਗ ਸੋਗ ਨਹੀਂ, ਉਹ ਨਾ ਜੰਮਦਾ ਨਾ ਮਰਦਾ ਹੈ। ਜਬ ਆਪਨ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿ ਸੋਤ ਪਰਮ। ਜਦੋਂ ਉਹ ਪਰਮਾਤਮਾ ਆਪ ਹੀ ਆਪ ਸਭ ਵੀ ਦਿਸੇਗਾ, ਆਕਾਰ ਵਿੱਚ ਵੀ ਅਤੇ ਨਿਰੰਕਾਰ ਵਿੱਚ ਵੀ,
ਸਰਗੁਣ ਵਿੱਚ ਤੇ ਨਿਰਗੁਣ ਵਿੱਚ ਵੀ। ਫਿਰ ਕਾਹਦਾ ਮੋਹ, ਫਿਰ ਕਾਹਦਾ ਭਰਮ, ਇੱਕੋ ਇੱਕ ਹੀ ਹੈ, ਕੋਈ ਭਰਮ ਭੁਲੇਖਾ ਨਹੀਂ ਰਹਿ ਜਾਂਦਾ। ਤੋ ਇਸ ਤਰ੍ਹਾਂ ਇਹ ਹੈ ਸੁਣ ਕਿ ਉਸ ਪਰਮਾਤਮਾ ਦੀ ਜੋਤ ਜਿਹਦੇ 'ਚ ਕੋਈ ਫੁਰਨਾ ਨਹੀਂ, ਕੋਈ ਐਬ ਨਹੀਂ, ਕੋਈ ਵਿਕਾਰ ਨਹੀਂ, ਜੋ ਨਿਰਮਲ ਰੂਪ ਹੈ, ਕੋਈ ਸ਼ਕਲ ਸੂਰਤ ਨਹੀਂ, ਉਹ ਆਪਣੀ ਅਵਸਥਾ ਐਸੀ ਬਣਾ ਲੈਣੀ। ਸੁਰਤ ਸਿਮਰਤ ਦੋਏ ਕੰਨੀ ਮੁਦਰਾ, ਪਰਮਿਤ ਬਾਹਰ ਕਿੰਤਾ, ਸੁਨ ਗੁਫਾ ਮੇ ਆਸਨ ਬੈਸਨ, ਕਲਪ ਵਿਰਜਤ ਪੰਥਾ। ਇੱਥੇ ਇਹ ਪੰਕਤੀ ਬੜੀ ਪਿਆਰੀ ਹੈ, ਸੁਨ ਗੁਫਾ ਮੇ ਆਸਨ ਬੈਸਨ, ਯਾਨੀ ਉਹ ਅਫੁਰ ਅਵਸਥਾ ਵਾਲੀ ਗੁਫਾ। ਇਹ ਗੁਫਾ ਕੋਈ ਜੰਗਲਾਂ ਪਹਾੜਾਂ ਦੀ ਗੁਫਾ ਨਹੀਂ ਹੈ। ਇੱਥੇ ਸਰੀਰ ਦੇ ਅੰਦਰ ਦਿਮਾਗ ਦੇ ਵਿੱਚ ਜਿਹੜੀ ਸੋਚ ਹੈ, ਜਿਹੜੀ ਆਪਣੇ ਆਪ ਨੂੰ ਸੁਣ ਮਹਿਸੂਸ ਕਰਦੀ ਹੈ, ਆਤਮਾ ਰੂਪ ਮਹਿਸੂਸ ਕਰਦੀ ਹੈ, ਇਹ ਸਰੀਰ ਰੂਪੀ ਗੁਫਾ ਹੀ ਹੈ। ਸੁਨ ਗੁਫਾ ਮੇ ਆਸਨ ਬੈਸਨ, ਕਲਪ ਵਿਵਰਚਿਤ ਪੰਥਾ। ਤੋ तमाम किस्म की कल्पना खत्म, ਜਿਹੜਾ ਵਿਵਰਚਿਤ ਪੰਥ ਹੈ ਉਹ ਖਤਮ, ਤੇ ਗੁਰੂ ਪੰਥ ਜੋ ਹੈ, ਗੁਰੂ ਮਾਰਗ ਜੋ ਹੈ, ਨਿਰੰਕਾਰ ਦੇ ਵਿੱਚ ਇੱਕਮਿਕ ਹੋਣਾ, ਇਹ ਉਸ ਗੁਫਾ ਵਿੱਚ ਜਾ ਕੇ ਸਮਾਈ ਹੁੰਦੀ ਹੈ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਇਹ ਮੇਰੇ ਰਾਜਨ ਮੈਂ ਵੀ ਬੈਰਾਗੀ ਜੋਗੀ ਹਾਂ ਸਮਝੋ, ਜਿਸ ਨੇ ਇਸ ਸੰਸਾਰ ਵਾਲੇ ਪਾਸੋਂ ਯੋਗ ਧਾਰਨ ਕਰ ਲਿਆ। ਮਰਤ ਨਾ ਸੋਗ ਵਿਯੋਗੀ, ਹੁਣ ਨਾ ਮਰਦਾ ਤੇ ਨਾ ਸੋਗ ਤੇ ਨਾ ਵਿਯੋਗ, ਸਭ ਕੁਝ ਇਸ ਜੀਵਨ ਮ੍ਰਿਤ ਤੋਂ ਉੱਪਰ ਵਾਲੀ ਅਵਸਥਾ ਹੈ। ਅਸਲ ਵਿੱਚ ਇਕਾਂਤੀ ਉਹ ਨਹੀਂ, ਇਕੱਲਾ ਉਹ ਨਹੀਂ, ਜਾਂ ਵਿਰਕਤ ਉਹ ਨਹੀਂ ਜਿਹੜਾ ਘਰ-ਬਾਰ ਤਿਆਗ ਕੇ, ਮੋਹ ਮਾਇਆ ਗ੍ਰਸਤੀ ਤਿਆਗ ਕੇ, ਸੰਸਾਰ ਤਿਆਗ ਕੇ ਕਿਸੇ ਗੁਫਾ ਜਾ ਵੜਿਆ, ਬਲਕਿ ਸੋ ਇਕਾਂਤੀ ਜਿਸ ਹਿਰਦਾ ਥਾਏ, ਇਸ ਤਰ੍ਹਾਂ ਜਿਸ ਦਾ ਹਿਰਦਾ ਟਿਕਾਣੇ ਆ ਜਾਏ, ਸਹਿਜ ਵਿੱਚ ਆ ਜਾਏ। ਪੁਰਨੇ ਮੁਕ ਜਾਨ ਆਸਾ, ਮਨਸਾ ਸਗਲ ਤਿਆਗ ਹੈ, ਜਗ ਤੇ ਰਖਾਏ ਨਿਰਾਸਾ, ਦੁੱਖ ਸੁੱਖ ਜੇ ਪਰਸੇ ਨਾ ਹਨ। ਇਹ ਜਿਹੜੇ ਜਿਹਨੂੰ ਕਾਮ ਕਰੋ ਲੋਭ ਮੋਹ ਪਰਸਦੇ ਨਹੀਂ, ਜਿਹਦੇ ਵੀ ਦੁੱਖ ਸੁੱਖ ਪਰਸਦੇ ਨਹੀਂ, ਜਿਹਨੂੰ ਵਿਕਾਰ ਛੂੰਹਦੇ ਨਹੀਂ, ਮਾਇਆ ਦਾ ਪ੍ਰਭਾਵ ਨਹੀਂ, ਤੋ ਐਸੀ ਅਵਸਥਾ ਵਾਲਾ ਜਿਹੜਾ ਬੰਦਾ ਹੈ ਆਪਣੇ ਆਤਮਾ ਦੇ ਵਿੱਚ ਜੁੜ ਕੇ ਬੈਠਾ ਹੈ, ਸੋ ਇਕਾਂਤੀ ਜਿਸ ਹਿਰਦਾ ਥਾਏ, ਜਿਸ ਦਾ ਹਿਰਦਾ ਟਿਕਾਣੇ ਆ ਗਿਆ, ਸਹਿਜ ਵਿੱਚ ਆ ਗਿਆ, ਭਟਕਣਾ ਮੁੱਕ ਗਈ, ਸੋਈ ਨੇਚਲ ਸਾਜ ਥਾਏ, ਉਹ ਹੀ ਨੇਚਲ ਹੈ, ਸਦਾ ਟਿਕਿਆ ਰਹਿਣ ਵਾਲਾ ਹੈ, ਔਰ ਉਹਨੂੰ ਸੱਚਾ ਟਿਕਾਣਾ ਪ੍ਰਾਪਤ ਹੋਇਆ। ਇਹ ਹੈ ਬੇਗਮਪੁਰਾ ਸ਼ਹਿਰ ਗੁਰਨਾਮ ਦੀ ਅਵਸਥਾ। ਅਣਹਦੋ ਅਣਹਦ ਵਾਜੈ ਰੁਣ ਚੁਨਕਾਰੇ ਰਾਮ, ਫਿਰ ਉੱਤੇ ਅਣਹਦ ਇੱਕ ਰਸ ਪਰਮਾਤਮਾ ਦੀ ਜੋਤ ਦਾ ਉਹ ਧੁਨਕਾਰ ਵੱਜਦੀ ਨਜ਼ਰ ਆਉਂਦੀ ਹੈ। ਧੰਨ ਧੰਨ ਉਹ ਰਾਮ ਬੈਨ ਬਾਜੈ, ਮਧੁਰ ਮਧੁਰ ਧੁਨ ਅਣਹਦ ਗਾਜੈ, ਉਹ ਰੱਬੀ ਬੈਨ ਬੰਸਰੀ ਬਜਦੀ ਮਹਿਸੂਸ ਹੁੰਦੀ ਆਤਮਕ ਰੋਹ। ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ, ਫਿਰ ਉਸ ਪਿਆਰੇ ਲਾਲ ਵਿੱਚ ਇਹ ਮਨ ਰੰਗਿਆ ਜਾਂਦਾ ਹੈ ਨਿਰੰਕਾਰ ਰੂਪ ਵਿੱਚ। ਅਣਦਿਨ ਰਾਤਾ ਮਨ ਬੈਰਾਗੀ, ਸੁਨ ਮੰਡਲ ਕਰ ਪਾਇਆ, ਹਿਰਦੇ ਰੂਪੀ ਘਰ ਵਿੱਚ ਹੀ ਇਹ ਸੁਨ ਮੰਡਲ ਪ੍ਰਾਪਤ ਕਰ ਲਿਆ। ਫਿਰ ਦਿਨ ਰਾਤ ਉਸੇ ਵਿੱਚ ਰੰਗਿਆ ਗਿਆ ਹੈ। ਆਦਿ ਪੁਰਖ ਪਰਮਪੁਰ ਪਿਆਰਾ ਸਤਿਗੁਰ ਅਲਖ ਲਿਖਾਇਆ, ਉਸ ਆਦਿ ਪੁਰਖ ਪਰਮਾਤਮਾ ਨੂੰ ਸਤਿਗੁਰੂ ਨੇ ਲਿਖਾ ਦਿੱਤਾ। ਸਤਿਗੁਰੂ ਨੇ ਉਹਦੀ ਸਮਝ ਬਖਸ਼ ਦਿੱਤੀ ਨਿਰੰਕਾਰ ਦੀ, ਬਈ ਕਿਵੇਂ ਸਾਡੇ ਨਾਲ ਸਮਾਇਆ ਹੋਇਆ। ਆਸਨ ਬੈਸਨ ਥਿਰ ਨਾਰਾਇਣ, ਤਿਤ ਮਨ ਰਾਤਾ ਵਿਚਾਰੇ। ਹੁਣ ਆਸਨ ਇਹ ਹਿਰਦਾ ਆਸਨ ਹੋ ਗਿਆ, ਇਸੇ ਵਿੱਚ ਹੀ ਟਿਕਾਓ ਬੈਸਨ ਹੋ ਗਿਆ। ਥਿਰ ਨਾਰਾਇਣ, ਉਸ ਥਿਰ ਨਾਰਾਇਣ ਵਿੱਚ ਜਿਹੜਾ ਨਿਰੰਕਾਰ ਰੂਪ ਅੰਦਰ ਬੈਠਾ ਹੈ, ਉਹਦੇ ਵਿੱਚ ਆਸਨ ਬੈਸਨ ਹੋ ਗਿਆ। ਤਿਤ ਮਨ ਰਾਤਾ ਮੇਰਾ, ਮੇਰਾ ਮਨ ਉਹਦੇ ਰੰਗ ਵਿੱਚ ਰੰਗਿਆ ਗਿਆ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਨਕਾਰੇ, ਇਹ ਇਸ ਨਾਮ ਰੰਗ ਵਿੱਚ ਰੰਗੇ ਹੋਏ ਬੰਦੇ ਸਹੀ ਬੈਰਾਗੀ ਨੇ। ਇਹ ਮਾਨੋ ਸੰਸਾਰ ਦਾ ਤਿਆਗ ਹੈ, ਉਹ ਤਿਆਗ ਨਹੀਂ ਘਰ ਗ੍ਰਸਤੀ ਤਿਆਗਣਾ। ਜੀਵਤ ਮਰਿਆ ਮਰਿਆ ਪੁਨ ਜੀਵੈ, ਐਸੇ ਪੁਨ ਸੁਨ ਸਮਾਇਆ। ਜਿਉਂਦੇ ਜੀ ਬੰਦਾ ਜੀਵਤ ਮਰਿਆ ਵਾਲੀ ਅਵਸਥਾ ਪ੍ਰਾਪਤ ਕਰ ਲੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਹੋਈ, ਐਸੇ ਸੁਨ ਸਮਾਏ। ਇਹ ਹੈ ਸੁਨ ਦੀ ਸਮਾਈ, ਸੁਨ ਵਿੱਚ ਸਮਾਣਾ। ਅੰਜਨ ਮਾਇਆ ਨਿਰੰਜਨ ਰਹੀਆ, ਬੋੜ ਨਾ ਪਵਜਲ ਪਾਇਆ। ਇਸ ਤਰ੍ਹਾਂ ਮਾਇਆ ਦੇ ਵਿੱਚ, ਮੋਹ ਮਾਇਆ ਵਿੱਚ ਰਹਿੰਦੇ ਹੋਇਆਂ, ਸਰੀਰ ਵਿੱਚ ਰਹਿੰਦੇ ਹੋਇਆਂ, ਘਰ ਗ੍ਰਸਤੀ ਰਹਿੰਦੇ ਹੋਏ, ਇਹਨਾਂ ਸਾਰਿਆਂ ਦੀ ਪਕੜ ਤੋਂ, ਮੋਹ ਤੋਂ ਬੰਦਾ ਉੱਪਰ ਉੱਠ ਗਿਆ। ਇਹ ਹੈ ਅੰਜਨ ਮਾਇਆ ਨਿਰੰਜਨ ਰਹੀਆ, ਬੋੜ ਨਾ ਪਵਜਲ ਪਾਇਆ। ਫਿਰ ਇਹ ਪਵਜਲ ਸੰਸਾਰ ਮੁੜ ਜਨਮ ਮਰਨ ਦਾ ਗੇੜ ਨਹੀਂ ਪਿਆ। ਮੇਰੇ ਨਾਮ ਐਸਾ ਖੀਰ ਬਿਲੋਈ ਹੈ, ਇਸ ਤਰ੍ਹਾਂ ਦਾ ਇਹ ਦੁੱਧ ਰਿੜਕੀਏ ਭਾਈ, ਇਹ ਨਾਮ ਨੂੰ ਹਿਰਦੇ ਵਿੱਚ ਇਸ ਤਰ੍ਹਾਂ ਵਸਾਈਏ। ਗੁਰਮਤਿ ਮਨਵਾ ਅਸਥਿਰ ਰਾਖੋ, ਇਨ ਵਿਦ ਅੰਮ੍ਰਿਤ ਪੀਓਈਏ। ਇਸ ਤਰ੍ਹਾਂ ਆਪਣੇ ਮਨ ਨੂੰ ਟਿਕਾ ਕੇ ਰੱਖੋ ਆਪਣੇ ਅੰਦਰ ਸਹਿਜ ਵਿੱਚ। ਇਨ ਵਿਦ, ਇਸ ਤਰੀਕੇ ਨਾਲ ਅੰਮ੍ਰਿਤ ਪੀਓਈਏ, ਭਾਵ ਅੰਦਰ ਅੰਮ੍ਰਿਤ ਦੀ ਬੂੰਦਾਂ ਚੋਣਗੇ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਗੁੜ ਕਰ ਗਿਆਨ ਧਿਆਨ ਕਰ ਤਾਵੈ, ਕਰ ਕਰਨੀ ਕਸ ਪਾਈਆ, ਪਾਠੀ ਪਉਣ ਪ੍ਰੇਮ ਕਾ ਪੂਚਾ, ਇਤ ਰਸ ਅਮਿਓ ਚੁਵਾਈ ਹੈ। ਇਸ ਤਰ੍ਹਾਂ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਚੋਂਦੀਆਂ ਨੇ, ਆਤਮਿਕ ਆਨੰਦ ਦੀਆਂ, ਆਤਮਿਕ ਰਸ ਦੀਆਂ। ਉਹਨੂੰ ਮਨ ਮਨੁਆ ਸੁਨ ਸਮਾਨਾ, ਦੁਬਿਧਾ ਦੁਰਮਤ ਭਾਗੀ। ਇਹ ਜਿਹੜਾ ਭਟਕਦਾ ਮਨ ਸੀ, ਹੁਣ ਨਿਰੰਕਾਰ ਸੁਣ ਵੀ ਜਾ ਸਮਾਇਆ,
ਤੇ ਦੁਬਦਾ ਦੁਰਮਤ ਪਾ ਗਈ। ਦੁਬਦਾ ਵੀ ਖਤਮ ਹੋ ਗਈ, ਦੁਰਮਤ ਵੀ, ਪੈੜੀ ਮਤ ਵੀ ਵਿਨਾਸ਼ ਹੋ ਗਈ। ਕੋ ਕਬੀਰ ਅਨੁਭਵ ਕੇ ਦੇਖਿਆ, ਰਾਮ ਨਾਮ ਲਿਵ ਲਾਗੀ। ਇਹ ਅਨੁਭਵ ਜਦੋਂ ਹੋਇਆ, ਇੱਕ ਅਨੁਭਵ ਐਸਾ ਦੇਖਿਆ, ਰਾਮ ਨਾਮ ਲਿਵ ਲਾਗੀ। ਪਰ ਪਰਮਾਤਮਾ ਦੇ ਨਾਮ ਵਿੱਚ ਸੱਚੇ, ਜਿਹਨੂੰ ਸੱਚੇ ਮਨ ਤੋਂ ਲਿਵ ਲੱਗ ਜਾਂਦੀ ਹੈ, ਤੋ ਅਸਲ ਵਿੱਚ ਇਹ ਹੈ ਅਵਤੂਤ, ਇਹ ਹੈ ਬ੍ਰਿਗਤ। ਸੋ ਅਵਤੂਤ ਐਸੀ ਮਤ ਪਾਵੈ, ਐਨ ਸੁਨ ਸਮਾਧ ਸਮਾਵੈ। ਉਹ ਅਸਲੀ ਅਵਤੂਤ ਹੈ, ਉਹ ਅਸਲੀ ਜੋਗੀ ਹੈ, ਉਹ ਅਸਲੀ ਸੁਣ ਦੀ ਕਮਾਈ ਵਾਲਾ ਹੈ। ਐਨਸ ਸੁਣ ਸਮਾਧ ਸਮਾਵੈ, ਜੋ ਦਿਨ ਤੇ ਰਾਤ ਜੀ ਦੀ ਉਸ ਨਿਰੰਕਾਰ ਵਿੱਚ ਸੁਣ ਸਮਾਧ ਵਿੱਚ ਸਮਾਧ ਲੱਗੀ ਰਹਿੰਦੀ ਹੈ, ਉਹਦੇ ਵੀ ਸੁਰਤੀ ਵਰਤੀ ਜਿਸ ਦੀ ਜੁੜੀ ਰਹਿੰਦੀ ਹੈ। ਤੋ ਇਹ ਵਿਸ਼ਾ ਜਾਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।